ਗੁੱਡ ਈਵਨਿੰਗ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਹੈ ਹੈਡਿੰਗ ਅਲਾਟਮੈਂਟ ਇਨ ਆਇਲਸ ਰੀਡਿੰਗ। ਆਇਲਸ ਰੀਡਿੰਗ ਦੇ ਚਾਹੇ ਤੁਸੀਂ ਜਨਰਲ ਦੇ ਸਟੂਡੈਂਟ ਹੋ ਚਾਹੇ ਅਕੈਡਮਿਕ ਦੇ ਸਟੂਡੈਂਟ ਹੋ, ਤੁਹਾਨੂੰ ਹਮੇਸ਼ਾ ਹੈਡਿੰਗ ਅਲਾਟਮੈਂਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੰਗ ਕਰਦਾ ਹੈ। ਸੋ ਅੱਜ ਤੋਂ ਆਪਾਂ ਹੈਡਿੰਗ ਅਲਾਟਮੈਂਟਸ ਦੀਆਂ ਕੁਝ ਰੀਡਿੰਗਸ ਦੀ ਸੀਰੀਜ਼ ਸਟਾਰਟ ਕਰਾਂਗੇ ਔਰ ਆਪਾਂ ਬਹੁਤ ਹੀ ਈਜ਼ੀ ਰੀਡਿੰਗ ਤੋਂ ਸਟਾਰਟ ਕਰਾਂਗੇ। ਔਰ ਉਹਨਾਂ ਬੱਚਿਆਂ ਵਾਸਤੇ ਜਿਹੜੇ ਬਿਗਨਰਸ ਨੇ ਔਰ ਜਿਹੜੇ ਐਡਵਾਂਸ ਵੀ ਬੱਚੇ ਨੇ ਪਰ ਉਹਨਾਂ ਨੂੰ ਅਜੇ ਸਮਝ ਨਹੀਂ ਲੱਗ ਰਹੀ ਹੈਡਿੰਗ ਅਲਾਟਮੈਂਟ ਦੀ, ਤਾਂ ਆਪਾਂ ਨੇ ਇਹ ਵੀਡੀਓ ਜ਼ਰੂਰ ਦੇਖਣੀ ਹੈ। ਇਸ ਤੋਂ ਬਾਅਦ ਤੁਹਾਡੇ ਲਈ ਹੈਡਿੰਗ ਅਲਾਟਮੈਂਟ ਈਜ਼ੀ ਹੋ ਜਾਣਗੇ। ਠੀਕ ਹੈ ਜੀ। ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈਟਸ ਗੈਟ ਸਟਾਰਟਿਡ ਆਵਰ ਰੀਡਿੰਗ। ਸਾਡੇ ਕੋਲ ਇੱਕ ਪੈਸੇਜ ਹੈ ਰੀਡਿੰਗ ਦਾ ਜਿਹਦੇ 'ਚ ਕੀ ਦਿੱਤਾ ਹੋਇਆ ਹੈ, ਦ ਅਰਥਰਾਈਟਿਸ ਮੈਨਿਸ। ਅਰਥਰਾਈਟਿਸ ਮੈਨਿਸ ਦਾ ਮਤਲਬ ਕਿ ਅਰਥਰਾਈਟਿਸ ਦੇ ਖਤਰੇ, ਅਰਥਰਾਈਟਿਸ ਦੀ ਪ੍ਰੋਬਲਮ, ਡੇਂਜਰ। ਅਰਥਰਾਈਟਿਸ ਆਪਣੇ ਆਪ 'ਚ ਇੱਕ ਬਿਮਾਰੀ ਦਾ ਨਾਮ ਹੈ। ਠੀਕ ਹੈ। ਸੋ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਪੈਸੇਜ ਆ ਜਾਏ ਤਾਂ ਜਿਹੜਾ ਉਹਦਾ ਮੇਨ ਟੌਪਿਕ ਹੈ ਨਾ, ਉਹਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹ ਕਿਹਦੇ ਬਾਰੇ 'ਚ ਹੈ। ਹੁਣ ਇਹਦੇ 'ਚ ਟੌਪਿਕ ਸਾਡਾ ਕੀ ਹੈਗਾ, ਅਰਥਰਾਈਟਿਸ, ਇੱਕ ਬਿਮਾਰੀ ਦੇ ਬਾਰੇ 'ਚ ਹੈ। ਠੀਕ ਹੈ। ਥੋੜ੍ਹੀ ਜਿਹੀ ਵਿਜ਼ੂਅਲਾਈਜੇਸ਼ਨ ਕਰ ਲਿਆ ਕਰੋ ਕਿ ਬਿਮਾਰੀ ਦੀ ਪ੍ਰੋਬਲਮ ਕਿੱਦਾਂ ਸਟਾਰਟ ਹੁੰਦੀ ਹੈ, ਜਦੋਂ ਕੋਈ ਦਰਦ ਹੁੰਦੀ ਹੈ ਜਾਂ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ। ਨੰਬਰ 2 'ਤੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਸਿੰਮਟਮਸ, ਕਿਸੇ ਬਿਮਾਰੀ ਦੇ ਸਿੰਮਟਮਸ। ਫਿਰ ਡਾਕਟਰ ਕੋਲ ਜਾਂਦੇ ਆ, ਡਾਕਟਰ ਸਾਨੂੰ ਕੀ ਕਰਦਾ, ਡਾਇਗਨੋਸ ਕਰਵਾਉਣ ਲਈ ਕਹਿੰਦਾ, ਫਿਰ ਉਹ ਸਾਡਾ ਟਰੀਟਮੈਂਟ ਕਰਦਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈ ਵੀ ਆਰ ਗੋਇੰਗ ਟੂ ਰੀਡ ਇਨ ਦਿਸ ਪੈਰਾਗ੍ਰਾਫ। ਠੀਕ ਹੈ। ਔਰ ਸਭ ਤੋਂ ਪਹਿਲਾ ਕੰਮ ਜਿਹੜਾ ਹੈ, ਇਹਨੂੰ ਵਿਜ਼ੂਅਲਾਈਜ਼ ਕਰਨ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਕੰਮ ਹੈ ਉਹ ਆਪਾਂ ਨੇ ਜਾਣਾ ਹੈ ਹੈਡਿੰਗਸ ਦੇ ਵੱਲ। ਔਰ ਆਪਾਂ ਨੇ ਆਪਣੇ ਹੈਡਿੰਗਸ ਦੇ ਕੀਵਰਡਸ ਜਿਹੜੇ ਆ ਉਹ ਨੋਟ ਕਰ ਲੈਣੇ ਆ। ਠੀਕ ਹੈ ਜੀ। ਸੋ ਰਾਈਟ ਦਾ ਕਰੈਕਟ ਨੰਬਰ 1 to 9 ਇਨ ਬਾਕਸ 1 to 6 ਔਨ ਯੂਅਰ ਆਂਸਰ ਸ਼ੀਟ। ਆਪਣੇ ਕੋਲ 6 ਸੈਕਸ਼ਨ ਹੈ, ABCDEF। ਔਰ ਇਹਨਾਂ 6 ਦੇ 6 ਸੈਕਸ਼ਨ ਨੂੰ ਆਪਾਂ ਨੇ ਹੈਡਿੰਗ ਅਲਾਟ ਕਰਨੇ ਆ 1 2 3 4 5 6। ਹੁਣ ਹੈਡਿੰਗਸ ਦੇਖੋ, ਇਹਦੇ ਵਿੱਚ ਆਪਾਂ ਨੇ ਆਪਣੇ ਕੀਵਰਡਸ ਨੂੰ ਅੰਡਰਲਾਈਨ ਕਰਨਾ ਹੈ। ਹਾਊ ਇਜ਼ ਅਰਥਰਾਈਟਿਸ ਟ੍ਰੀਟਿਡ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ, ਟ੍ਰੀਟਮੈਂਟ ਦੀ ਗੱਲ ਆਏਗੀ ਕਿ ਇਹਦੀ ਟ੍ਰੀਟਮੈਂਟ ਕਿਸ ਤਰ੍ਹਾਂ ਹੋਏਗੀ। ਵੇਜ਼ ਐਂਡ ਇੰਪੋਰਟੈਂਸ ਆਫ ਡਾਇਗਨੋਸਿਸ, ਡਾਇਗਨੋਸ ਕਰਨਾ, ਡਾਇਗਨੋਸ ਦੇ ਤਰੀਕੇ ਔਰ ਉਹਦੀ ਇੰਪੋਰਟੈਂਸ ਕੀ ਹੈ। ਐਨ ਇਨਕਿਉਰੇਬਲ ਇਲਨੈਸ, ਇਨਕਿਉਰੇਬਲ ਹੈਰੀਡੇਟਰੀ ਫੈਕਟਰਸ ਲੀਡਿੰਗ ਟੂ ਅਰਥਰਾਈਟਿਸ। ਹੈਰੀਡੇਟਰੀ ਦਾ ਮਤਲਬ ਹੁੰਦਾ ਜਿਹੜੇ ਆਪਾਂ ਨੂੰ ਆਪਣੇ ਐਨਸੈਸਟਰਸ ਤੋਂ, ਆਪਣੇ ਪੇਰੈਂਟਸ ਤੋਂ, ਪੂਰਵਜਾਂ ਤੋਂ ਮਿਲਦੇ ਆ। ਫਾਈਨੈਂਸ਼ੀਅਲ ਇੰਪੈਕਟ ਆਫ ਅਰਥਰਾਈਟਿਸ, ਸਾਡੀ ਪਾਕਟ 'ਤੇ ਇਹਦਾ ਕੀ ਅਸਰ ਪੈਂਦਾ ਜਦੋਂ ਆਪਾਂ ਨੇ ਇਲਾਜ ਕਰਾਉਣਾ ਹੋਏ ਤਾਂ। ਲਾਈਫ ਸਟਾਈਲ ਦੇ ਚੇਂਜਸ ਕਰਕੇ ਕੀ ਆਪਾਂ ਅਰਥਰਾਈਟਿਸ ਨੂੰ ਕੰਟਰੋਲ ਕਰ ਸਕਦੇ ਹਾਂ। ਕਿਸੇ ਪੈਸੇ 'ਚ ਅਗਰ ਇਹਦੀ ਗੱਲ ਕੀਤੀ ਹੈ ਤਾਂ ਆਪਾਂ ਉਹਨੂੰ ਹੈਡਿੰਗ ਦੇ ਸਕਦੇ ਹਾਂ। ਸਿੰਮਟਮਸ, ਇਹਦੇ ਸਿੰਮਟਮਸ ਕੀ ਹੁੰਦੇ ਨੇ। ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ, ਸਭ ਤੋਂ ਪਹਿਲਾਂ ਸਿੰਮਟਮਸ ਆਉਣਗੇ, ਸਿੰਮਟਮਸ ਤੋਂ ਬਾਅਦ ਡਾਕਟਰ ਕੋਲ ਜਾਵਾਂਗੇ, ਡਾਕਟਰ ਡਾਇਗਨੋਜ਼ ਕਰਨ ਲਈ ਕਹੇਗਾ ਔਰ ਉਸ ਤੋਂ ਬਾਅਦ ਟ੍ਰੀਟਮੈਂਟ ਦੀ ਗੱਲ ਚੱਲੇਗੀ। ਸੋ ਇਹ ਹੈਡਿੰਗ ਇਸ ਸੀਕੁਐਂਸ ਦੇ ਵਿੱਚ ਵੀ ਹੋ ਸਕਦੇ ਹੈ ਕਿ ਪਹਿਲਾਂ ਆਪਾਂ ਨੂੰ ਸਿੰਮਟਮਸ ਵਾਲਾ ਹੈਡਿੰਗ ਪਹਿਲੇ ਮਿਲ ਜਾਏਗਾ ABC ਦੇ ਵਿੱਚ, ਉਸ ਤੋਂ ਬਾਅਦ ਡਾਇਗਨੋਸ ਦੈਨ ਟ੍ਰੀਟਮੈਂਟ। ਠੀਕ ਹੈ ਜੀ। ਆਪਣੀ ਕਾਮਨ ਸੈਂਸ ਯੂਜ਼ ਕਰੋ। ਡੈਮੋਗ੍ਰਾਫਿਕ ਡਿਸਟ੍ਰੀਬਿਊਸ਼ਨ ਆਫ ਅਰਥਰਾਈਟਿਸ। ਡੈਮੋਗ੍ਰਾਫਿਕ ਡਿਸਟ੍ਰੀਬਿਊਸ਼ਨ ਦਾ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਪਾਪੂਲੇਸ਼ਨ ਦਾ ਕੋਈ ਡਾਟਾ ਐਨਾਲਾਈਜ਼ ਕਰੀਦਾ, ਕੋਈ ਸਟੈਟਿਸਟਿਕਸ ਦੇਈਦੇ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਡੈਮੋਗ੍ਰਾਫਿਕ ਡਿਸਟ੍ਰੀਬਿਊਸ਼ਨ। ਇਹਦੇ 'ਚ ਜਦੋਂ ਵੀ ਜਿਹੜੇ ਵੀ ਪੈਸੇ 'ਚ ਕਿਸੇ 'ਚ ਡਾਟੇ ਦੀ ਗੱਲ ਆ ਜਾਏਗੀ। ਟਾਈਪਸ ਆਫ ਅਰਥਰਾਈਟਿਸ ਐਂਡ ਦੇਅਰ ਰੀਜ਼ਨ, ਅਰਥਰਾਈਟਿਸ ਦੇ ਟਾਈਪਸ ਔਰ ਉਹਦੇ ਰੀਜ਼ਨ ਦੀ ਗੱਲ ਅਗਰ ਕਿਸੇ ਪੈਸੇ 'ਚ ਦਿੱਤੀ ਹੈ ਤਾਂ ਉਹਦਾ ਹੈਡਿੰਗ ਹੋਏਗਾ 9 ਨੰਬਰ। ਹੁਣ ਇੱਕ ਵਾਰੀ ਦੁਬਾਰਾ ਆਪਾਂ ਨੇ ਇਹ ਪੁਆਇੰਟਸ ਆਪਣੇ ਦਿਮਾਗ 'ਚ ਰੱਖ ਲੈਣੇ ਆ ਔਰ ਫਿਰ ਆਪਾਂ ਨੇ ਪੈਸੇਜ ਨੂੰ ਪੜ੍ਹਨਾ ਸਟਾਰਟ ਕਰਨਾ ਹੈ। ਨੰਬਰ 1 ਟ੍ਰੀਟਮੈਂਟ, ਡਾਇਗਨੋਸ, ਇਨਕਿਉਰੇਬਲ ਇਲਨੈਸ, ਹੈਰੀਡੇਟਰੀ ਫੈਕਟਰ, ਫਾਈਨੈਂਸ਼ੀਅਲ, lifestyle changes, symptoms, and demographic distribution or type and reason. Now let's get started. First passage A, ਉਹਦੇ ਵੱਲ ਚੱਲਾਂਗੇ ਆਪਾਂ। Arthritis is a joint disorder featuring inflammation. ਹੁਣ ਜ਼ਿਆਦਾਤਰ ਬੱਚਿਆਂ ਦੇ ਦਿਮਾਗ 'ਚ ਆਉਂਦਾ ਹੈ ਕਿ ਜਿਹੜਾ ਆਨਸਰ ਕੁਐਸਚਨ ਦਾ ਹੈ ਉਹ ਪਹਿਲੀ ਲਾਈਨ ਜਾਂ ਲਾਸਟ ਲਾਈਨ ਪੜ੍ਹ ਕੇ ਮਿਲ ਜਾਂਦਾ ਹੈ। ਪਰ ਕਈ ਵਾਰੀ ਕੀ ਹੈ, ਜਿਹੜਾ ਐਗਜ਼ਾਮੀਨਰ ਹੁੰਦਾ ਉਹਨੇ ਪਹਿਲੀ ਲਾਈਨ ਦੇ ਵਿੱਚ ਸਿਰਫ ਬੈਕਗਰਾਊਂਡ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ, ਸਿਰਫ ਬੈਕਗਰਾਊਂਡ
ਇਨਫੋਰਮੇਸ਼ਨ ਦਿੱਤੀ ਹੁੰਦੀ ਹੈ। ਮੇਨ ਆਈਡੀਆ ਜਿਹੜਾ ਹੈ ਕਈ ਵਾਰੀ ਤੀਸਰੀ ਜਾਂ ਚੌਥੀ ਲਾਈਨ 'ਚ ਵੀ ਜਾ ਕੇ ਸਾਨੂੰ ਮਿਲਦਾ ਹੈ। ਠੀਕ ਹੈ ਜੀ। ਹੁਣ ਇੱਥੇ ਆਪਾਂ ਨੇ ਮੇਨ ਆਈਡੀਆ ਫਾਈਂਡ ਆਊਟ ਕਰਨਾ ਹੈ। ਠੀਕ ਹੈ। ਹੁਣ ਇਹਦੇ 'ਚ ਤਾਂ ਐਰਥਰਾਈਟਿਸ ਦੀ ਹੀ ਗੱਲ ਕਰ ਰਿਹਾ ਉਹ ਕੀ ਹੁੰਦੀ ਐਰਥਰਾਈਟਿਸ ਹੈ ਨਾ। ਇਹ ਕੀ ਹੈਗੀ ਉਹਦੀ ਬੈਕਗਰਾਊਂਡ ਇਨਫੋਰਮੇਸ਼ਨ ਹੈ। A joint is an area of the body where two different bones meet. A joint function moves the body part. Arthritis literally means inflammation of one or more joints. Arthritis is frequently joint pain is referred to as there are many types। ਆ ਦੇਖੋ ਟਾਈਪਸ ਦੀ ਵੀ ਗੱਲ ਆ ਗਈ। ਅਰਥਰਾਈਟਿਸ ਦੀ ਇਨਫੋਰਮੇਸ਼ਨ ਦੇ ਕੇ ਕਿ ਹੁੰਦੀ ਕੀ ਹੈ ਉਸ ਤੋਂ ਬਾਅਦ ਇਹਨੇ ਕੀ ਕਹਿ ਦਿੱਤਾ there are many types of arthritis over 100 and growing। 100 ਤੋਂ ਵੀ ਜ਼ਿਆਦਾ ਨੇ ਜਿਹੜੀਆਂ ਇਹਦੀਆਂ ਟਾਈਪਸ ਹੈਗੀਆਂ। ਠੀਕ ਹੈ ਜੀ। ਟਾਈਪਸ ਤੋਂ ਬਾਅਦ ਅੱਗੇ ਪੜ੍ਹੋ ਹੁਣ ਕਿਸੇ ਪੈਸੇਜ 'ਚ ਟਾਈਪਸ ਦੀ ਗੱਲ ਕੀਤੀ ਹੈ। ਟਾਈਪਸ ਆਫ ਅਰਥਰਾਈਟਿਸ ਦੇਖੋ 9 ਪੈਸੇਜ ਦੇ ਵਿੱਚ ਕੀ ਕਹਿਤਾ ਟਾਈਪ ਆਫ ਅਰਥਰਾਈਟਿਸ ਐਂਡ देयर ਰੀਜ਼ਨਸ। ਟਾਈਪ ਸਾਨੂੰ ਮਿਲ ਗਿਆ ਆਪਾਂ ਨੂੰ ਦੋਨੋਂ ਆਨਸਰ ਫਾਈਂਡ ਕਰਨੇ ਪੈਣੇ ਟਾਈਪਸ ਐਂਡ ਰੀਜ਼ਨਸ ਤਾਂ ਇਹਦਾ ਆਨਸਰ ਜਿਹੜਾ ਹੈ ਇਹ ਵਾਲੇ ਦਾ 9 ਆਪਾਂ ਲਗਾਵਾਂਗੇ। ਸੋ ਲੈਟਸ ਗੋ ਬੈਕ to find the reasons। Together, the many types of arthritis make up the most common chronic illness in the US। The cause of the arthritis, cause ਦਾ ਮਤਲਬ ਕੀ ਹੁੰਦਾ ਰੀਜ਼ਨ ਹੀ ਹੁੰਦਾ। ਇੱਥੇ ਉਹਨੇ synonyms use ਕਰ ਲਿਆ। The cause of the arthritis depend on the form of arthritis। ਸੋ ਇਹਦੇ 'ਚ ਦੋ ਚੀਜ਼ਾਂ ਆਪਾਂ ਨੂੰ ਫਾਈਂਡ ਹੋ ਗਈਆਂ ਕਿ type of arthritis ਔਰ causes ਉਹਦੇ ਕੀ ਹੈ। ਸੋ the answer of the first question is 9। ਔਰ ਇੱਕ ਚੀਜ਼ ਦਾ ਹੋਰ ਧਿਆਨ ਦੇਣਾ ਤੁਸੀਂ ਕਿ ਜਿਹੜੇ ਵੀ ਤੁਸੀਂ ਆਨਸਰ ਦੇਣੇ ਹੈ ਨਾ ਹੀ ਤਾਂ ਇਹ ਫੁੱਲ ਸੈਂਟੈਂਸ ਲਿਖਣਾ ਹੈ ਨਾ ਹੀ ਨੋ ਪਾਣਾ ਹੈ। ਠੀਕ ਹੈ। ਇਹਦੇ ਆਨਸਰ ਆਪਾਂ ਨੇ ਹਮੇਸ਼ਾ ਰੋਮਨ 'ਚ ਹੀ ਦੇਣੇ ਹੈ। ਔਰ ਜਿਹੜੇ ਕੰਪਿਊਟਰ ਡਿਲੀਵਰਡ ਆਇਲਸ ਕਰ ਰਹੇ ਆ ਬੱਚੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਤੁਹਾਡਾ ਕੀਬੋਰਡ ਹੈ ਉਹਦੇ 'ਚ ਹੀ ਤੁਸੀਂ ਨੋ ਉਹਦੇ ਨਾਲ ਹੀ ਲਿਖ ਕੇ ਪਾ ਸਕਦੇ ਹੋ। ਸੋ ਆਪਾਂ ਨੇ ਸੈਕਸ਼ਨ 1 ਦੇ ਅੱਗੇ ਕੀ ਲਿਖ ਦੇਣਾ 9 IX ਸੋ ਇਸ ਤਰ੍ਹਾਂ ਤੁਸੀਂ ਆਨਸਰ ਦੇਣਾ ਹੈ। ਠੀਕ ਹੈ ਜੀ। ਹੁਣ ਆਪਾਂ ਦੁਬਾਰਾ ਨੈਕਸਟ ਪੈਸੇਜ ਪੜ੍ਹਦੇ ਹਾਂ। ਪੈਸੇਜ B ਸਿੰਪਟਮਸ ਪਹਿਲੇ ਹੀ ਆ ਗਿਆ ਤੁਹਾਡਾ ਸਿੰਪਟਮਸ। ਦੇਖੋ ਕਿਸੇ ਪੈਸੇਜ ਸਿੰਪਟਮ ਹੈਗਾ ਮੈਂ ਕਿਹਾ ਸੀ ਜ਼ਿਆਦਾਤਰ ਪਹਿਲੀ ਲਾਈਨ 'ਚ ਆਨਸਰ ਨਹੀਂ ਹੁੰਦਾ। ਸਿੰਪਟਮਸ ਦੀ ਗੱਲ ਹੋਈ ਹੈ। 6th ਸਿੰਪਟਮ ਆਫ ਅਰਥਰਾਈਟਿਸ ਸਿੰਪਟਮ ਆਫ ਅਰਥਰਾਈਟਿਸ ਦੀ ਗੱਲ ਹੋਈ ਹੈ ਤੇ ਇਹ ਦੇਖੋ ਇਹਦੇ 'ਚ ਵੀ ਸਿੰਪਟਮਸ ਤੋਂ ਹੀ ਸਟਾਰਟ ਹੀ ਸਿੰਪਟਮ ਤੋਂ ਕੀਤਾ ਉਹਨੇ। ਸਿੰਪਟਮਸ ਆਫ ਦਾ ਅਰਥਰਾਈਟੀ ਇਨਕਲੂਡ ਪੇਨ ਐਂਡ limited function of joints, inflammation of the joints from stiffness, swelling, redness। ਇਹ ਸਾਰੇ ਕੀ ਚੀਜ਼ਾਂ ਦੇ ਰਿਹਾ ਹੈ ਸਾਡੀ ਬੋਡੀ ਇਸ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਤਰ੍ਹਾਂ ਰਿਸਪੌਂਡ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਪ੍ਰੋਬਲਮਸ ਜਿਹੜੀਆਂ ਸਾਡੀ ਬੋਡੀ 'ਚ ਆਉਂਦੀਆਂ ਸਟਿਫਨੈਸ ਹੈ ਸਵੈਲਿੰਗ ਹੈ ਇਹ ਸਾਰੇ ਕੀ ਹੈਗੇ ਨੇ symptoms of the ਬਿਮਾਰੀ symptoms of the disease। Many of the forms of arthritis because they are rheumatic disease can cause symptoms। ਸਾਰੀ symptoms ਦੀ ਹੀ ਗੱਲ ਹੋਈ ਹੈ। ਸੋ ਤੁਸੀਂ ਇਹਦਾ ਆਨਸਰ ਲਗਾ ਸਕਦੇ ਹੋ ਸੈਕਿੰਡ B ਦਾ ਆਨਸਰ ਤੁਸੀਂ ਲਗਾ ਸਕਦੇ ਹੋ symptoms of the arthritis। ਯਾਨੀ ਕਿ ਆਪਾਂ ਨੇ 6 सॉरी 6 नहीं है 7। So the answer of second question is 7। ਹੁਣ ਆਪਾਂ ਚੱਲਦੇ ਹਾਂ ਥਰਡ ਪੈਸੇਜ ਵੱਲ। ਪੈਸੇਜ ਨੰਬਰ C 'ਚ ਕੀ ਹੈ ਅਰਥਰਾਈਟਿਸ ਸਫਰਸ include men and women, children and adults। Approximately 350 million people worldwide have arthritis। Nearly 40 million people in US। ਇਹਦੇ 'ਚ
ਕਾਹਦੀ ਗੱਲ ਚੱਲ ਰਹੀ ਹੈ, ਇੱਕ ਡਾਟਾ ਦੇਤਾ ਕਿ ਇੰਨੇ ਮੈਨ ਇੰਨੇ ਵੂਮਨ including over a quarter million children, more than 27 million American have, ਸੋ ਇਹ ਸਾਰੇ ਇਹਦੇ 'ਚ ਕਿਹੜੀ ਗੱਲ ਹੋ ਰਹੀ ਹੈ, ਵਰਲਡ ਵਾਈਡ ਜਿਹੜੀ ਪਾਪੂਲੇਸ਼ਨ ਹੈ ਉਹ ਕਿਸ ਤਰੀਕੇ ਨਾਲ ਕਿੰਨੀ ਕਿੰਨੀ ਪਾਪੂਲੇਸ਼ਨ ਅਫੈਕਟਡ ਹੈ। ਸੋ ਇਹਦਾ ਆਨਸਰ ਕੀ ਰਹੇਗਾ ਸਾਡੇ ਕੋਲ, ਡੈਮੋਗ੍ਰਾਫਿਕ ਡਿਸਟ੍ਰੀਬਿਊਸ਼ਨ ਆਫ ਅਰਥਰਾਈਟਿਸ। 8 ਨੈਕਸਟ ਹੁਣ ਚੱਲਾਂਗੇ ਡੀ ਵੱਲ, ਪੈਰਾਗ੍ਰਾਫ ਡੀ। ਇਹਦੇ 'ਚ ਕੀ ਕਹਿ ਰਿਹਾ, ਦਾ ਫਸਟ ਸਟੈਪ ਇਨ ਦਾ ਡਾਇਗਨੋਸਿਸ ਆਫ ਅਰਥਰਾਈਟਿਸ, ਡਾਇਗਨੋਸਿਸ। ਇਹਦੇ 'ਚ ਪਹਿਲੀ ਲਾਈਨ 'ਚ ਹੀ ਸਾਨੂੰ ਆਪਣਾ ਆਨਸਰ ਮਿਲ ਗਿਆ। ਇਹਦੇ 'ਚ ਗੱਲ ਕਰ ਰਹੇ ਹੈ ਡਾਇਗਨੋਸਿਸ ਦੀ। The first step in the diagnosis of arthritis is meeting between the doctor and the patient. The doctor will review the history of the symptoms and examine the joints of the inflammatory. So ask question about the examiner. Furthermore, certain blood, urine, joint fluid test might be ordered. ਇਹ ਸਾਰੇ ਪੈਸੇਜ ਦੇ ਵਿੱਚ ਕਿਸ ਚੀਜ਼ ਦੀ ਗੱਲ ਕਰ ਰਿਹਾ ਕਿ ਡਾਇਗਨੋਸ ਕਿਸ ਤਰ੍ਹਾਂ ਹੁੰਦਾ ਹੈ, ਡਾਕਟਰ ਤੇ ਪੇਸ਼ੈਂਟ ਮਿਲਦੇ ਨੇ, ਡਾਕਟਰ ਉਹਦੀ ਹਿਸਟਰੀ ਜਾਣਦਾ ਹੈ। ਸੋ ਇਹ ਸਾਰੇ ਪੈਸੇਜ ਦੇ ਵਿੱਚ ਕਿਸ ਚੀਜ਼ ਦੀ ਗੱਲ ਹੋ ਰਹੀ ਹੈ, ਡਾਇਗਨੋਸਿਸ ਦੀ। ਤਾਂ ਦੇਖੋ ਕੋਈ ਹੈਡਿੰਗ ਲੈ ਕੇ ਜਾ ਰਿਹਾ ਹੈ ਡਾਇਗਨੋਸਿਸ ਵਾਲਾ, ਡਾਇਗਨੋਸਿਸ ਵੇਜ਼ ਐਂਡ ਇੰਪੋਰਟੈਂਸ ਆਫ ਡਾਇਗਨੋਸਿਸ। ਹੁਣ ਇਹ ਤਰੀਕੇ ਦੱਸ ਰਿਹਾ ਨਾ ਇਸ ਤਰ੍ਹਾਂ ਇਸ ਤਰ੍ਹਾਂ, ਔਰ ਨਾਲ ਹੀ ਉਹਦੀ ਇੰਪੋਰਟੈਂਸ ਦੀ ਵੀ ਗੱਲ ਕੀਤੀ ਹੋਏਗੀ। ਲੈਟਸ ਚੈੱਕ। The diagnosis will be based on the pattern of symptoms. A doctor with special a doctor with special training in arthritis and rheumatoid disease. Many forms of arthritis are more. However, millions of patients suffer daily with pain, and earlier and accurate diagnosis can help to prevent irreversible damage and disability. ਇਹਨੂੰ ਲਾਈਨ ਨੂੰ ਅੰਡਰਲਾਈਨ ਕਰੋ। ਇਹਦੇ 'ਚ ਕੀ ਮਤਲਬ ਨਿਕਲ ਰਿਹਾ ਕਿ अर्लीयर एंड एक्यूरेट डायगनोसिस, टाइम ਨਾਲ ਔਰ ਐਕੂਰੇਟ ਅਗਰ ਡਾਇਗਨੋਸ ਹੋ ਜਾਂਦਾ ਹੈ ਤਾਂ ਆਪਾਂ ਇੱਕ ਬਹੁਤ ਹੀ ਜ਼ਿਆਦਾ ਨੁਕਸਾਨ, ਇਰੀਵਰਸਿਬਲ ਡੈਮੇਜ ਤੋਂ ਬਚ ਸਕਦੇ ਹਾਂ। ਇਹਦਾ ਮਤਲਬ ਇਹ ਇੰਪੋਰਟੈਂਸ ਦੀ ਵੀ ਗੱਲ ਹੋ ਗਈ। ਸੋ ਇਹਦੇ 'ਚ ਆਨਸਰ ਕੀ ਆਏਗਾ ਸਾਡੇ ਕੋਲ, ਵੇਜ਼ ਐਂਡ ਇੰਪੋਰਟੈਂਸ ਆਫ ਡਾਇਗਨੋਸਿਸ। ਸੋ ਆਨਸਰ ਵਿਲ ਬੀ 2। ਅਗਰ ਤੁਸੀਂ ਇਹ ਵਾਲਾ 2 ਪਾਤਾ ਤਾਂ ਤੁਹਾਡਾ ਆਨਸਰ ਰੋਂਗ ਹੋ ਜਾਏਗਾ। ਠੀਕ ਹੈ, ਆਨਸਰ ਹਮੇਸ਼ਾ ਰੋਮਨ 'ਚ ਹੀ ਦੇਣੇ ਆ ਜਿਸ ਤਰ੍ਹਾਂ ਉਹਨਾਂ ਨੇ ਹੈਡਿੰਗ 'ਚ ਦਿੱਤਾ ਹੈ। ਸੋ ਨੈਕਸਟ ਇਜ਼ ਸੈਕਸ਼ਨ ਈ ਤੇ ਚੱਲਾਂਗੇ ਆਪਾਂ। ਦ ਟ੍ਰੀਟਮੈਂਟ ਆਫ ਅਰਥਰਾਈਟਿਸ, ਟ੍ਰੀਟਮੈਂਟ ਦੀ ਗੱਲ ਆ ਗਈ। ਪਹਿਲੀ ਲਾਈਨ ਤੋਂ ਹੀ ਕਲੀਅਰ ਹੋ ਗਿਆ ਕਿ ਕਾਹਦੀ ਗੱਲ ਹੋ ਰਹੀ ਹੈ, ਟ੍ਰੀਟਮੈਂਟ ਦੀ। ਇਜ਼ ਵੈਰੀ ਡਿਪੈਂਡੈਂਟ ਔਨ precise type of arthritis present. An accurate diagnosis increase the chances of successful treatment. Treatment available include physical therapy. ਇਹ ਸਾਰਾ ਕੀ ਦੱਸ ਰਿਹਾ ਹੈ, ਟ੍ਰੀਟਮੈਂਟ ਕਿਸ ਤਰ੍ਹਾਂ ਹੁੰਦਾ ਹੈ। ਫਿਜ਼ੀਕਲ ਥੈਰੇਪੀ ਤੋਂ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ, ਉਸ ਤੋਂ ਬਾਅਦ ਸਪਲਿੰਟਿੰਗ ਦੀ ਲੋੜ ਪਏ ਤਾਂ ਉਹ ਹੋ ਸਕਦੀ ਹੈ, ਕੋਲਡ ਪੈਕ ਐਪਲੀਕੇਸ਼ਨ, ਪੈਰਾਫਿਨ ਵੈਕਸ। ਇਹ ਸਾਰੀ ਗੱਲ ਕਾਦੀ ਹੋ ਰਹੀ ਹੈ, ਟ੍ਰੀਟਮੈਂਟ ਦੀ। ਸੋ the answer will be how is arthritis treated. so answer ਆਏਗਾ ਇਹਦਾ 1 I। so only one passage is left, so let's see ਉਹ passage ਕੀ ਕਹਿੰਦਾ ਹੈ। It has been estimated that the total cost of the arthritis, ਇਹਦੇ 'ਚ ਗੱਲ ਕਾਦੀ ਕਰਤੀ ਉਹਨੇ, ਕਾਸਟ ਦੀ, ਜਿਹੜਾ ਖਰਚਾ ਹੋਣਾ ਹੈ। arthritis bill for the United States in terms of hospitalization, doctor visit, medication, physical therapies, nursing home care, ਇਹ ਸਾਰੀਆਂ ਚੀਜ਼ਾਂ ਦੇ ਉਹ ਜਦੋਂ ਆਪਾਂ ਹਸਪੀਟਲ ਜਾਈਦਾ ਤਾਂ ਬਿੱਲ ਜੋੜਦੇ ਆ ਨਾ, ਤਾਂ ਉਹ ਕਿੰਨਾ ਬਣ ਜਾਣਾ, ਇਟਸ ਓਵਰ $50 billion ਐਨੂਅਲੀ।
ਸੋ ਇਹਦੇ 'ਚ ਗੱਲ ਕਾਹਦੀ ਕਰਤੀ ਉਹਨਾਂ ਨੇ, ਕਾਸਟ ਦੀ। ਕਾਸਟ ਦਾ ਮਤਲਬ ਫਾਈਨਾਂਸ ਨਾਲ ਰਿਲੇਟਡ ਗੱਲ ਹੋ ਗਈ ਹੈ, ਤਾਂ ਇਹਦਾ ਆਂਸਰ ਕੀ ਆ ਜਾਏਗਾ 5। ਸੋ ਇਹ ਸੀ ਤਰੀਕਾ ਜਿਹਦੇ ਨਾਲ ਆਪਾਂ ਨੇ ਆਪਣੇ ਹੈਡਿੰਗ ਅਲਾਟਮੈਂਟ ਦੇ ਆਂਸਰਸ ਦੇਣੇ ਆ। ਔਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣ ਲੱਗਾ, ਕਦੀ ਵੀ ਹੈਡਿੰਗ ਅਲਾਟਮੈਂਟ ਜਿਹੜਾ ਹੈ ਉਹ ਇਕੱਲਾ ਨਹੀਂ ਆਉਂਦਾ। ਇੱਕ ਪੈਸੇ 'ਚ ਇਕੱਲੇ ਹੈਡਿੰਗ ਅਲਾਟਮੈਂਟ ਨਹੀਂ ਹੁੰਦੇ, ਉਹਦੇ ਨਾਲ ਕੁਝ ਕੁਐਸਚਨਸ ਹੋਰ ਵੀ ਹੁੰਦੇ ਨੇ, ਜਾਂ ਫਿਲਅਪਸ ਹੋ ਸਕਦੇ ਆ ਜਾਂ ਟਰੂ ਫਾਲਸ ਹੋ ਸਕਦੇ ਆ। ਤਾਂ ਸਾਡੇ ਵੀ ਇਸ ਪੈਸੇ 'ਚ ਕੁਝ ਫਿਲਅਪਸ ਹੈ, ਇਸ ਲਈ ਮੈਂ ਕਹਿੰਦਾ ਕਿ ਤੁਸੀਂ ਪੈਸੇਜ ਪੂਰਾ ਪੜ੍ਹਿਆ ਕਰੋ। ਪੈਸੇਜ ਪੂਰਾ ਪੜ੍ਹਿਆ ਹੋਏ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਆਨਸਰ ਕਿੱਥੇ ਪਿਆ ਹੈ। ਹੁਣ ਇਹ ਵੀ ਆਪਾਂ ਜਿੱਦਾਂ ਸਾਰੇ ਪੈਸੇਜ ਪੜ੍ਹ ਚੁੱਕੇ ਹਾਂ ਇੱਕ ਵਾਰੀ, ਤਾਂ ਇਹ ਬੜੇ ਈਜ਼ੀਲੀ ਆਪਾਂ ਫਾਈਂਡ ਕਰ ਸਕਦੇ ਹਾਂ ਇਹਨਾਂ ਕੁਐਸਚਨਸ ਦੇ ਆਨਸਰ। ਸੋ ਲੈਟਸ ਸੀ ਕਿਸ ਤਰ੍ਹਾਂ ਕਰਨਾ ਹੈ। ਅਰਥਰਾਈਟੀ ਇਜ਼ ਦਾ ਇਨਫਲੇਮੇਸ਼ਨ ਆਫ ਡੈਸ਼। ਅਰਥਰਾਈਟਿਸ ਕੀ ਹੈ, ਕਿਸ ਕਿਸ ਚੀਜ਼ ਦਾ ਇਨਫਲੇਮੇਸ਼ਨ ਹੈ। ਹੁਣ ਆਪਾਂ ਨੇ ਆਨਸਰ ਕਿੱਥੋਂ ਦੇਣਾ ਹੈ, एक ग्रुप ऑफ वर्ड्स ਦਿੱਤੇ ਹੋਏ ਨੇ, ਇਹ ਹੈ ਮਤਲਬ ਇਹਦੇ 'ਚ ਕੁਝ ਵਰਡਸ ਦਿੱਤੇ ਹੋਏ ਨੇ, ਆਪਾਂ ਵਰਡ ਨਹੀਂ ਲਿਖਣਾ, ਆਪਾਂ ਉਹਦੇ ਅੱਗੇ ਜਿਹੜਾ ਅਲਫਾਬੈਟ ਹੈ ਉਹ ਲਿਖਣਾ ਹੈ, ਪਰ ਆਨਸਰ ਪਹਿਲਾਂ ਪੜ੍ਹ ਕੇ ਹੀ ਦੇਣਾ ਹੈ। ਅਰਥਰਾਈਟੀ ਇਜ਼ ਦਾ, ਅਰਥਰਾਈਟੀ ਦੀ ਜਦੋਂ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ ਦਿੱਤੀ ਹੈ, ਤੁਹਾਨੂੰ ਉੱਥੇ ਹੀ ਆਨਸਰ ਮਿਲ ਜਾਣਾ ਹੈ ਇਸ ਕੁਐਸਚਨ ਦਾ, ਕਿ ਅਰਥਰਾਈਟਿਸ ਕਿਸ ਚੀਜ਼ ਦੀ ਇਨਫਲਾਮੇਸ਼ਨ ਹੈ। ਇਨਫਲਾਮੇਸ਼ਨ ਦੇਖ ਲਓ ਕਿੱਥੇ ਲਿਖਿਆ ਹੈ, ਡਿਸਆਰਡਰ ਫੀਚਰਿੰਗ ਇਨਫਲਾਮੇਸ਼ਨ ਇਜ਼ ਜੁਆਇੰਟ A joint functions to move the body parts connected by the bones. Arthritis literally means inflammation of one or more joints. So ਤੁਹਾਡਾ ਆਨਸਰ ਕੀ ਰਹੇਗਾ ਇੱਥੇ, joints. Let's check. Arthritis is the inflammation of joints. So ਤੁਸੀਂ ਇਹਦਾ ਆਨਸਰ ਕੀ ਦੇਣਾ ਹੈ, ਜੁਆਇੰਟਸ ਨਹੀਂ ਲਿਖਣਾ, ਇਹਦੇ ਵਿੱਚ ਤੁਸੀਂ ਕੀ ਲਿਖ ਦੇਣਾ ਹੈ, ਐਚ। ਠੀਕ ਹੈ ਜੀ, ਨੈਕਸਟ ਕੁਐਸਚਨ ਪੜ੍ਹਦੇ ਹਾਂ। A very common symptom of arthritis is joint pain. There are dash types of arthritis. ਇਹ ਵੀ ਪਹਿਲੇ ਇੰਟਰੋਡਕਸ਼ਨ 'ਚ ਦੱਸਿਆ, ਪਹਿਲਾ ਪੈਸੇਜ ਆਪਾਂ ਟਾਈਪਸ ਆਫ arthritis ਲਗਾਇਆ ਸੀ ਨਾ, ਉਹਦੇ 'ਚ ਹੀ ਦੇਖੋ ਕਿੰਨੇ ਟਾਈਪ ਦੀ ਹੁੰਦੀ ਹੈ arthritis। Over 100 and growing. There are many types of arthritis. Over 100 and growing, ਅਜੇ 100 ਤੋਂ ਉੱਪਰ ਹੈ ਤੇ ਹੋਰ ਵੀ ਗਰੋ ਹੋ ਰਹੀਆਂ। ਦੇਖੋ ਜਿਹੜੇ ਬਾਕਸ ਹੈ ਉਹਦੇ ਵਿੱਚ ਓਵਰ 100 ਲਿਖਿਆ ਹੈ, ਓਵਰ 100 ਐਂਡ ਗਰੋਇੰਗ। 100 ਓਨਲੀ 100 ਨਹੀਂ ਹੈ, ਓਵਰ 100 ਲਿਖਿਆ ਹੈ, ਮੋਰ ਦੈਨ 100। ਸੋ ਦਿਸ ਵਿਲ ਬੀ ਦਾ ਰਾਈਟ ਆਨਸਰ, ਕਿਉਂਕਿ ਉਹਨਾਂ ਨੇ ਕੀ ਕਿਹਾ, ਓਵਰ 100 ਐਂਡ ਗਰੋਇੰਗ, ਇੱਥੇ ਕੱਲਾ 100 ਹੈ ਇਹਦੇ ਵਿੱਚ ਨਾ। ਸੋ ਦਿਸ ਵਿਲ ਨਾਟ ਬੀ ਅਵਰ ਆਨਸਰ, ਅਵਰ ਆਨਸਰ ਇਜ਼ ਜੀ। ਸੋ ਜਲਦਬਾਜ਼ੀ ਨਹੀਂ ਕਰਨੀ, ਸਾਰੀਆਂ ਆਪਸ਼ਨ ਪੜ੍ਹ ਲਿਆ ਕਰੋ ਪਹਿਲੇ। ਇੱਥੇ ਆਪਾਂ ਨੇ ਲਗਾ ਦੇਣਾ ਆਨਸਰ ਜੀ। नेक्स्ट अगला पढ़िए। जॉइंट स्टिफनेस, swelling, warmth or some other dash of the disease। ਇਹ ਕੀ ਨੇ, ਜੁਆਇੰਟ ਸਟਿਫਨੈਸ, ਸਵੈਲਿੰਗ, ਇਹ ਸਿੰਪਟਮਸ ਨੇ। ਇਟਸ ਈਜ਼ੀਲੀ ਵੀ ਕੈਨ ਅੰਡਰਸਟੈਂਡ ਕਿ ਸਿੰਪਟਮਸ ਦੀ ਗੱਲ ਹੋ ਰਹੀ ਹੈ। ਆਰ ਸਮ ਅਦਰ ਡੈਸ਼ ਆਫ ਦਾ ਡਿਸੀਜ਼, ਸਿੱਧਾ ਸਿੰਪਟਮਸ ਲਗਾ ਦਿਓ ਡੀ। ਨੋ ਨੀਡ ਟੂ ਰੀਡ ਦਾ ਪੈਸੇਜ, ਕਿਉਂਕਿ ਪੈਸੇਜ ਤਾਂ ਆਪਾਂ ਪਹਿਲਾਂ ਪੜ੍ਹ ਕੇ ਆਏ ਹਾਂ ਔਰ ਅੰਡਰਸਟੈਂਡ ਹੋ ਰਿਹਾ ਸੈਂਟੈਂਸ ਤੋਂ ਹੀ ਕਿ ਅਦਰ ਕੀ ਗਿਆ, ਡਿਸੀਜ਼ ਦੇ ਸਿੰਪਟਮਸ ਨੇ। ਦਿਸ ਡਿਸੀਜ਼ ਕੈਨ ਅਫੈਕਟ ਦਾ ਫੰਕਸ਼ਨਿੰਗ ਆਫ ਟੋਟਲ ਅਨਰਿਲੇਟਿਡ ਆਰਗਨਸ। ਇਹਦੇ 'ਚ ਕੀ ਕਹਿ ਰਿਹਾ ਕਿ ਜਿਹੜੇ ਅਨਰਿਲੇਟਿਡ ਆਰਗਨਸ ਨੇ ਨਾ, ਉਹਨਾਂ ਨੂੰ ਵੀ ਇਹ ਡਿਸੀਜ਼ ਇਫੈਕਟ ਕਰ ਸਕਦੀ ਹੈ। ਅਨਰਿਲੇਟਿਡ ਆਰਗਨਸ ਲਾਈਕ ਕਿਡਨੀ ਐਂਡ, ਹੁਣ ਆਪਾਂ ਨੇ ਦੇਖਣਾ ਕਿਤੇ ਕਿਡਨੀ ਵਗੈਰਾ ਦੀ ਗੱਲ ਹੋਈ ਹੈ, ਜਿੱਥੇ ਕਿਡਨੀ ਦੀ ਗੱਲ ਹੋਈ ਹੈਗੀ ਉੱਥੇ ਉਹਨੇ ਬਾਕੀ ਜਿਹੜੇ ਆਰਗਨਸ ਹੈ ਉਹਨਾਂ ਦੀ ਵੀ ਗੱਲ ਕੀਤੀ ਹੋਏਗੀ। ਸੋ ਇਹ ਆਪਾਂ ਨੂੰ ਮੇਰੇ ਹਿਸਾਬ ਨਾਲ ਮਿਲਣਾ ਚਾਹੀਦਾ ਹੈ ਡਾਇਗਨੋਸ ਦੇ ਵਿੱਚ। ਡਾਇਗਨੋਸ ਇੱਥੇ ਤੱਕ ਤਾਂ ਆਪਾਂ ਪੜ੍ਹ ਲਿਆ ਸੀ, ਇਹਦੇ 'ਚ ਤਾਂ ਕੋਈ ਅਦਰ ਆਰਗਨ ਦੀ ਗੱਲ ਨਹੀਂ ਸੀ ਕੀਤੀ। should note that both before and this is important from standpoint of doctor so that he or she can aware it is important from the standpoint of patient so that they can be assured that they have
It also crucial for safe use of medication ਇਹਦੇ 'ਚ ਨਹੀਂ ਗੱਲ ਹੋਈ the treatment is very dependent precise if ਇਹ symptoms 'ਚ ਦੇਖ ਸਕਦੇ ਹਾਂ ਆਪਾਂ arthritis suffer many of the forms of arthritis because of the symptoms from abnormalities of organs such as the lungs heart or kidney ਮਿਲ ਗਿਆ ਆਨਸਰ ਜੀ ਇਹਦੇ ਚ ਕੁਐਸਚਨ ਚ ਕੀ ਪੁੱਛਿਆ ਸੀਗਾ ਆਰਗਨਸ ਦੀ ਗੱਲ ਹੋਈ ਸੀ ਕਿ ਅਦਰ ਆਰਗਨਸ ਨੂੰ ਵੀ ਇਹ ਇਫੈਕਟ ਕਰ ਸਕਦਾ ਜਿਹੜੇ ਅਨਰਿਲੇਟਡ ਆਰਗਨਸ ਨੇ ਲਾਈਕ ਕਿਡਨੀ ਐਂਡ ਇੱਕ ਕਿਡਨੀ ਤੇ ਇਹਨਾਂ ਨੇ ਆਲਰੇਡੀ ਦਿੱਤਾ ਹੈ ਤੇ ਉਸ ਤੋਂ ਇਲਾਵਾ ਹੋਰ ਕਿਹੜੇ ਆਰਗਨਸ ਨੂੰ ਇਹ ਇਫੈਕਟ ਕਰ ਰਿਹਾ ਹੈ ਇੱਥੋਂ ਸਟਾਰਟ ਕਰਦੇ ਹਾਂ ਆਪਾਂ ਫਸਟ ਸੈਂਟੈਂਸ ਤੋਂ ਦੇਅਰਫੋਰ ਸਿੰਪਟਮਸ ਇਨ ਸਮ ਪੇਸ਼ੈਂਟਸ ਵਿਦ ਸਰਟਨ ਫਾਰਮਸ ਆਫ arthritis can also include fever gland swelling weight loss fatigue feeling unwell and even symptoms from abnormalities of organs such as the lungs heart or kidneys ਦੀ ਗੱਲ ਉੱਥੇ ਆਲਰੇਡੀ ਹੋ ਚੁੱਕੀ ਹੈ ਸੋ ਸਾਡਾ ਆਨਸਰ ਹੋਏਗਾ ਲੰਗਸ ਔਰ ਹਾਰਟ ਦੋਨਾਂ ਚੋਂ ਕੋਈ ਇੱਕ ਆਨਸਰ ਆਪਾਂ ਦੇ ਸਕਦੇ ਹਾਂ ਦੇਖਣਾ ਪੈਣਾ ਆਪਾਂ ਨੂੰ ਉਹਦੇ ਬਾਕਸ ਦੇ ਵਿੱਚ ਕਿਹੜੇ ਆਨਸਰ ਹੈਗੇ ਆ ਏ ਆਨਸਰ ਲੰਗਸ ਬਿਲਕੁਲ ਠੀਕ ਹੈ ਔਰ ਐਫ ਹਾਰਟ ਪਰ ਆਪਾਂ ਨੇ ਦੋਨੋਂ ਆਨਸਰ ਨਹੀਂ ਲਗਾਣੇ ਕਿਉਂਕਿ ਇਹਦੇ ਵਿੱਚ ਉਹਨੇ ਇੱਕ ਏ ਟੂ ਐਲ ਇੱਕ ਆਨਸਰ ਦੇਣ ਲਈ ਕਿਹਾ ਸੋ ਅਗਰ ਆਪਾਂ ਏ ਲਗਾ ਦਾਂਗੇ ਤਾਂ ਵੀ ਸਾਡਾ ਆਨਸਰ ਠੀਕ ਹੋਏਗਾ ਅਗਰ ਐਫ ਲਗਾ ਦਾਂਗੇ ਤਾਂ ਵੀ ਸਾਡਾ ਆਨਸਰ ਠੀਕ ਰਹੇਗਾ ਸੋ ਯੂ ਹੈਵ ਟੂ ਚੂਜ਼ ਓਨਲੀ one in the box नंबर 10 सो 10 च आप की लगा दिए ए लगाना ए लगा दो एफ लगाना एफ लगा दो ए अगे चलते हैं क्वेश्चन नंबर 11 वाल timely diagnosis helps control damages and disability which are often dash अगर टाइम नाल आप डायग्नोस करा लें कंट्रोल द टाइमली डायग्नोसिस हैल्प कंट्रोल डैमेज जिहड़ा सानू नुकसान होना हुंदा है एंड डिसेबिलिटी विच आर किस तरह की डिसेबिलिटी की गल कर रहे हो डिसेबिलिटी विच आर मीनस टाइप ऑफ डिसेबिलिटी जेकर आप टाइमली डायग्नोस नहीं कराते तो डायग्नोस वाले पैसे आ जाओ इतों तक तो आप पढ़िया सी दिस बेस्ड ऑन द पैटर्न ऑफ सिम्टम्स ऑफ द डिस्ट्रीब्यूशन several visits may a doctor with special training earlier and accurate diagnosis can help to prevent irreversible damage किस तरह के डैमेज irreversible आंसर आएगा साडा irreversible L will be your answer for question number 11 answer is L ट्रीटमेंट ऑफ अर्थराइटिस वेरीज जिहदी इहदी ट्रीटमेंट है वो वेरी करती है अकॉर्डिंग टू द डैश ऑफ द अर्थराइटिस अकॉर्डिंग टू द कॉमन सेंस है टाइप आएगा टाइप ऑफ द अर्थराइटिस पढ़ना तो पढ़ लें ट्रीटमेंट ऑफ द अर्थराइटिस वेरीज अकॉर्डिंग टू द हम ट्रीटमेंट वाले पैसेज सीधा चल जाओ क्योंकि ट्रीटमेंट की गल हुई है The treatment of is very dependent on the precise type of arthritis present जेकर ਤੁਹਾਡੇ ਬਾਕਸ 'ਚ ਟਾਈਪ ਲਿਖਿਆ ਤਾਂ ਤੁਹਾਨੂੰ ਉੱਪਰ ਪੜਨ ਜਾਣ ਦੀ ਵੀ ਜ਼ਰੂਰਤ ਨਹੀਂ ਸਿੱਧਾ ਟਾਈਪ ਲਗਾ ਦਿਓ ਜੀ ਸੋ 12ਵੇਂ ਕੁਐਸਚਨ ਦਾ ਆਨਸਰ ਸਾਡਾ ਕੀ ਆ ਗਿਆ ਜੀ ਹੁਣ ਆਪਾਂ ਜਾਣਦੇ ਹਾਂ 13ਵਾਂ ਨੰਬਰ ਕੁਐਸਚਨ इट रेंजेस इट क्या है ट्रीटमेंट रेंजेस फ्रॉम फिजिकल थेरेपी टू दिस फिजिकल थेरेपी तो लैके
ਇੱਥੇ ਤੱਕ ਟ੍ਰੀਟਮੈਂਟ ਹੁੰਦੀ ਹੈ। ਫਿਜ਼ੀਕਲ ਥੈਰੇਪੀ ਜਿਹੜਾ ਹੈਗਾ ਫਸਟ ਸਟੈਪ ਹੈ, ਔਰ ਲਾਸਟ ਕੀ ਹੈਗਾ ਉਹ ਆਪਾਂ ਨੇ ਦੇਖਣਾ। ਫਿਰ ਜਾਵਾਂਗੇ ਟ੍ਰੀਟਮੈਂਟ 'ਚ। ट्रीटमेंट अवेलेबल इंक्लूड फिजिकल थेरेपी, आ गया फिजिकल थेरेपी, स्प्लिंटिंग, कोल्ड पैक एप्लीकेशन, पैफ्रिन वैक्स, डिप्स, एंटी इन्फ्लेमेशन मेडिकेशन, इम्यून अलर्टिंग मेडिकेशन एंड सर्जिकल ऑपरेशन। सो योर आंसर विल बी सर्जिकल ऑपरेशन। इत्थों लैके इत्थे तक रेंज बोलती ना कि फस्ट स्टैप है वे और लास्ट है वे। सो लास्ट विल बी द करेक्ट आंसर। सर्जरी की गल आ देखो ई, सो द करैक्ट आंसर इज ई फॉर एलीफेंट। सो इस तरह आपने सारे के सारे क्वेश्चनस का हल कढ़ लिया है, और उम्मीद करता वहाँ कि तुहानू ये तरीका मेरा पसंद आएगा। और नैक्सट जिहड़ा है आप थोड़ी जी इहदी कंपलैक्सिटी वधांदे जावांगे हौली हौली। सो आप 2 3 4 5 वीडियोज़ फिलहाल हैडिंग अलाटमेंट ते बनावांगे, ताकि तुहाडी जिहड़ी हैडिंग अलाटमेंट वाली प्रॉब्लम है जल्दी तो जल्दी ख़त्म हो सके। थैंक्स फॉर वाचिंग।